मन कस जागे पाई, सो उपाय मैं करूं बखान। सोता मन कस जागे पाई, सो उपाय मैं करूं बखान। ये बाणी स्वामी जी महाराज दी है। हजूर स्वामी जी महाराज मन दे बारे फरमा रहे है कि साडा मन सुत्ता है, इहदे जगाण वास्ते गुरु साहब जी फरमा रहे हैं कि मैं की उपाय करा, किस तरीके नाल मैं इसनूं जगावां। तमाम दुनिया जो कर्म कर रही है, उस कर्म दे नाल असी चाहुंदे हैं कि साडा मन जाग जाए, हुशियार हो जाए, अपने घर पहुँच जाए। ये भी अपने घर तो बाहर निकलिया है, ये ब्रह्म दी अंश है, ये छोटी जी ताकत नहीं, ये भी अपने घर चों बाहर है। इसने भी अपने घर पहुँचना है, तो किस तरीके नाल सुरत की मदद इत लैनी है, ये सुरत ने मदद इसकी लैनी, तद अपने घर पहुँचना है। हुण गुरु साहब जी फरमा रहे हैं कि मन सुता है, मैं केड़ा उपाय करा, किस तरीके नाल जगावां। अगे फरमाउंदे हाँ जी। सोता मन कस जागे पाई, सो उपाय मैं करूं बखान। तीरथ करे बरत भी राखे, विद्या पढ़ के हुए सुजान। गुरु साहब जी बड़े प्यार दे नाल फरमा रहे हैं कि असी इस मन नूं जगाण वास्ते तीर्थ भी करते हैं, वर्त भी करते हैं और विद्वान भी हो जाते हैं, लेकिन ये मन जागदा नहीं। असी जो काम करते हैं उहदे विच असी हंकारी हो जाने हैं। विद्वान दे बारे गुरु साहब जी फरमाउंदे है कि बेदिया पढ़ के हंकारी हो जाते हैं। 4 वेद पढ़ ले, 6 शास्त्र पढ़ ले, 9 विक्रम पढ़ ले, 27 सिमरतियाँ पढ़ ली, पुराण 18 पुराण पढ़ ले। इसने सब कुछ पढ़ लिया और सारियां बोलियां सीख गया। इसनों चंडूल पैंछी की मिसाल दे के गुरु साहब जी फरमाउंदे है कि चंडूल पैंछी की तरह हो गया। चंडूल पैंछी एक बड़े बड़े जंगलों दे विच रहिंदे है, हर एक बोली वो जानते है। जदों कोई उन्हां दे पास आउंदा है उसनूं खा जांदे है। पशु की बोली होवे, परिंदे की बोली, जदों परिंदे ने कोल आउणा है उन्होंने खा जाना। बंदे की बोली बोली, बंदा कोल आया, बंदे नूं खा गया। सो साहब विद्वान जेड़े बड़े बड़े, उन्हां दे बारे गुरु साहब जी फरमा रहे हैं कि विद्या भी पढ़ के सुजान होए, लेकिन मन नहीं जागया, मन हंकारी रहा, सुता रहा। ये कोई समझ नहीं आई। असी इनू जगाण वास्ते सारे कर्म करते हैं, साढ़े कर्म सब फेल हो जाते हैं। हाँ जी। तीरथ करे बरत भी राखे, विद्या पढ़ के सुजान। जप तप संजम बहु विद तारे,
मोनी हुए नादान। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਪ ਤਪ ਕੀਤੇ ਔਰ ਮੌਨ ਰੱਖ ਲਏ ਲੋਕਾਂ ਨੂੰ ਦੱਸਣ ਵਾਸਤੇ। ਤਪੱਸਿਆਂ ਦੇ ਬਾਰੇ ਹਜ਼ੂਰ ਫਰਮਾਉਂਦੇ ਹੁੰਦੇ ਸੀ ਕਿ ਉਹਨਾਂ ਕੋਲੋਂ ਗ੍ਰਸਤੀ ਲੋਕ ਜਿਹੜੇ ਹੈ ਉਹ ਚੰਗੇ ਹੈ। ਤਪੱਸੀ ਨੇ 5 ਧੂਣੀਆਂ ਬਾਹਰ ਲਾ ਲਈਆਂ, 5 ਅੰਦਰ ਉਸ ਦੇ ਕਾਮ ਕ੍ਰੋਧ ਦੀਆਂ ਲੱਗੀਆਂ, 10 ਹੋ ਗਈਆਂ। ਗ੍ਰਸਤੀ ਬੰਦੇ ਦੇ ਲੱਗੀਆਂ ਹੋਣਗੇ ਤੇ 5 ਲੱਗੀਆਂ ਹੋਣਗੀਆਂ, 10 ਤੇ ਨਹੀਂ ਲੱਗੀਆਂ ਹੋਣਗੀਆਂ। ਫਿਰ ਜਿਨ੍ਹਾਂ ਦਾ ਬਾਲਣ ਲਿਆ ਉਹਨਾਂ ਦੇ ਦੇਣਦਾਰ ਬਣ ਗਏ, ਜਿਨ੍ਹਾਂ ਦਾ ਖਾਣਾ ਖਾਧਾ ਉਹਨਾਂ ਦੇ ਦੇਣਦਾਰ ਬਣ ਗਏ। ਗ੍ਰਸਤੀ ਬੰਦਾ ਜਿਹੜਾ ਉਹ ਕਿਸੇ ਦਾ ਦੇਣਦਾਰ ਤਾਂ ਨਹੀਂ ਬਣੇਗਾ, ਆਪਣੀ ਮਿਹਨਤ ਕਰੇਗਾ, ਮਿਹਨਤ ਵਿੱਚੋਂ ਕੁਛ ਉਹ ਦਾਨ ਪੁੰਨ ਵੀ ਕਰਦਾ ਹੈ, ਕਿਸੇ ਗਰੀਬ ਗੁਰਬੇ ਦਾ ਭਲਾ ਕਰਦਾ ਹੈ। ਤਪੱਸੀ ਕੋਲੋਂ ਹਜ਼ੂਰ ਫਰਮਾਉਂਦੇ ਹੁੰਦੇ ਸੀ ਕਿ ਗ੍ਰਸਤੀ ਲੋਕ ਚੰਗੇ। ਅਸੀਂ ਤਪੱਸਿਆ ਕਰਕੇ ਔਰ ਮੌਨ ਰੱਖ ਕੇ ਆਪਣੇ ਇਸ ਮਨ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਇਹ ਜਾਗਦਾ ਨਹੀਂ। ਮੌਨ ਦੇ ਬਾਰੇ ਅਸੀਂ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਜਿਹੜੇ ਸਾਧੂ ਮੌਨ ਰੱਖ ਲੈਂਦੇ ਹੈ, ਇੱਕੋ ਵਾਰ ਫਿਰ ਬੋਲਣਾ ਸ਼ੁਰੂ ਕਰ ਦਿੰਦੇ ਹੈ। ਮੌਨ ਵੀ ਕਰਮ ਕਰ ਜਾਂਦਾ ਹੈ। ਹੱਥ ਜਿਹੜਾ ਹੱਥ ਕਰਮ ਕਰ ਜਾਂਦਾ, ਅੱਖਾਂ ਕੰਮ ਕਰ ਜਾਂਦੀਆਂ। ਪੂਰਨ ਦੇ ਹੱਥ ਕਿਸ ਤਰ੍ਹਾਂ ਵੱਢੇ ਗਏ? ਪੂਰਨ ਦੀ ਸਾਖੀ ਹੈ ਕਿ ਪਿਛਲੇ ਜਨਮ ਦੇ ਵਿੱਚ ਉਹ ਮਹਾਤਮਾ ਮੌਨ ਰੱਖਿਆ ਸੀ, ਬੈਠਾ ਸੀ। ਉਹਦੇ ਪਾਸ ਕੋਈ ਕਸਾਈ ਗਾਂ ਲੈ ਕੇ ਆਇਆ, ਲਾਗੇ ਬੰਨ੍ਹ ਗਿਆ, ਆਪਣੇ ਹਥਿਆਰ ਤੇਜ਼ ਕਰਨ ਵਾਸਤੇ ਪਿੰਡ ਚਲਾ ਗਿਆ। ਗਾਂ ਨੇ ਰੱਸਾ ਹੌਲੀ ਹੌਲੀ ਚਬਦਿਆਂ ਚਬਦਿਆਂ ਰੱਸਾ ਟੁੱਟ ਗਿਆ, ਗਾਂ ਚਲਾ ਗਈ। ਜਦੋਂ ਆਇਆ ਪੁੱਛਿਆ ਕਿ ਮਹਾਤਮਾ ਨੂੰ, ਮਹਾਤਮਾ ਮੈਂ ਤੇਰੇ ਪਾਸ ਗਾਂ ਬੰਨ੍ਹ ਗਿਆ ਸੀ, ਕਿੱਧਰ ਗਈ ਹੈ ਮੇਰੀ ਗਾਂ? ਤੂੰ ਬੋਲਦਾ ਨਹੀਂ। ਉੱਚੇ ਨੀਵੇਂ ਲਫ਼ਜ਼ ਉਸ ਨੂੰ ਕਹੇ, ਸਿਰਫ ਉਸ ਨੇ ਉਂਗਲ ਕੀਤੀ ਵੇ ਇੱਧਰ ਗਈ ਹੈ। ਉਧਰ ਕਸਾਈ ਚਲਾ ਗਿਆ, ਗਾਂ ਲੱਭ ਗਈ। ਉਸ ਨੇ ਮਾਰ ਟੋਕ ਕੇ ਉਹਦੀ ਖਲੜੀ ਵੀ ਲਾ ਦਿੱਤੀ। ਉਹਦੀ ਰੂਹ ਜਿਹੜੀ ਸੀ, ਉਹ ਰੂਹ ਇੱਕ ਰਾਜੇ ਦੇ ਘਰ ਜਾ ਕੇ ਲੜਕੀ ਪੈਦਾ ਹੋਈ। ਲੜਕੀ ਪੈਦਾ ਹੋਈ, ਉਧਰ ਜਿਹੜੀ ਗਾਂ ਸੀ ਉਹ ਲੜਕੀ ਪੈਦਾ ਹੋਈ, ਜਿਹੜਾ ਸਾਧੂ ਸੀ ਉਹ ਪੂਰਨ ਪੈਦਾ ਹੋਇਆ। ਪੂਰਨ ਸਲਵਾਨ ਦੇ ਘਰ ਪੈਦਾ ਹੋ ਗਿਆ। ਲੜਕੀ ਇੱਕ ਰਾਜੇ ਦੇ ਘਰ ਪੈਦਾ ਹੋ ਗਈ। ਉਹ ਗਾਂ ਦੀ ਰੂਹ ਜਿਹੜੀ ਸੀ, ਰਾਜੇ ਨੇ ਜੋਸਤੀ ਸੱਦ ਕੇ ਪੁੱਛਿਆ ਕਿ ਮੇਰੀ ਲੜਕੀ ਜਿਹੜੀ ਹੈ ਇਹ ਕੀ ਕੰਮ ਕਰੇਗੀ? ਉਹਨਾਂ ਜੋਸ਼ ਲਾ ਕੇ ਦੱਸਿਆ, ਰਾਜਾ ਇਸ ਨੂੰ ਮਾਰ ਦੇ ਜਾਂ ਜਲ ਪ੍ਰਵਾਹ ਕਰ ਦੇ, ਇਹ ਬੜੀ ਹੋ ਕੇ ਤੇਰਾ ਨਾਮ ਬਦਨਾਮ ਕਰੇਗੀ। ਰਾਜੇ ਨੇ ਇੱਕ ਟਰੰਕ ਬਣਾਇਆ, ਉਹਦੇ ਵਿੱਚ ਲੜਕੀ ਪਾਈ, ਸਭ ਉਹਦੇ ਗਹਿਣੇ ਗੱਟੇ ਪਾ ਲਏ, ਲੀੜਾ ਕੱਪੜਾ ਵਿੱਚ ਪਾ ਦਿੱਤਾ, ਦਰਿਆ 'ਚ ਰੋੜ ਦਿੱਤੀ। ਪੀਪਾ ਭਗਤ ਕਿਤੇ ਇਸ਼ਨਾਨ ਕਰਦਾ ਸੀ, ਉਸ ਨੂੰ ਟਰੰਕ ਲੱਭ ਗਿਆ। ਉਹ ਟਰੰਕ ਲੱਭ ਗਿਆ, ਘਰ ਲੈ ਗਿਆ। ਉਹਦੇ ਘਰ ਹਾਲਾਤ ਨਹੀਂ ਸੀ। ਜਦੋਂ ਉਹਨੇ ਖੋਲ੍ਹਿਆ, ਉਹ ਲੜਕੀ ਵਿੱਚ ਬਹੁਤ ਖੂਬਸੂਰਤ ਜਿਉਂਦੀ ਸੀ। ਬੜੇ ਖੁਸ਼ ਹੋਏ ਕਿ ਚਲੋ ਪਰਮਾਤਮਾ ਨੇ ਸਾਨੂੰ ਇਸ ਤਰ੍ਹਾਂ ਤਾਂ ਨਹੀਂ ਦਿੱਤੀ ਔਲਾਦ, ਸਾਨੂੰ ਇਸ ਤਰ੍ਹਾਂ ਮਿਲ ਗਈ ਹੈ। ਉਹਨਾਂ ਸੇਵਾ ਕੀਤੀ, ਲੜਕੀ ਨੌਜਵਾਨ ਹੋਈ। ਕਿਤੇ ਸਲਵਾਨ ਬਾਹਰ ਗਿਆ ਸੀ, ਘੋੜੇ 'ਤੇ ਚੜ੍ਹਿਆ,
ਖੂਹ 'ਤੇ ਸਹੇਲੀਆਂ ਦੇ ਨਾਲ ਪਾਣੀ ਕੱਢਦੀ ਸੀ। ਸਲਵਾਨ ਨੇ ਪਾਣੀ ਮੰਗਿਆ, ਉਸਨੇ ਪਾਣੀ ਦਿੱਤਾ ਨਹੀਂ ਪੀਣ ਵਾਸਤੇ। ਸਲਵਾਨ ਨੇ ਪੁੱਛਿਆ ਕਿ ਲੜਕੀ ਕਿਹਦੀ ਹੈ? ਕਿਸੇ ਨੇ ਦੱਸਿਆ ਕਿ ਪੀਪੇ ਭਗਤ ਦੀ। ਉਹਨਾਂ ਪੀਪੇ ਨੂੰ ਸੱਦਿਆ ਕਿ ਲੜਕੀ ਦਾ ਸਾਗ ਦੇ ਦੇ। ਉਹਨਾਂ ਕਿਹਾ ਜੀ ਠੀਕ ਹੈ, ਮੈਂ ਗਰੀਬ ਹਾਂ, ਜੇ ਤੁਸੀਂ ਬਾਦਸ਼ਾਹ ਦਾ ਸਾਗ ਲੈਣਾ ਚਾਹੁੰਦੇ ਹੋ ਲੈ ਲਓ। ਮਤਲਬ ਕਿ ਸ਼ਾਦੀ ਹੋ ਗਈ, ਉਹ ਲੂਣਾ ਬਣ ਗਈ, ਉਧਰ ਪੂਰਨ ਬਣ ਗਿਆ। ਹੁਣ ਦੇਖੋ ਕਰਮ ਕਿਸ ਤਰ੍ਹਾਂ ਭੁਗਤਦਾ ਹੈ। ਜਦੋਂ ਪੂਰਨ ਪੈਦਾ ਹੋਇਆ ਤਦ ਉਹਨਾਂ ਜੋਸ਼ੀ ਸੱਦੇ ਕਿ ਕੀ ਕੰਮ ਕਰੇਗਾ, ਤਾਂ ਜੋਸ਼ੀਆਂ ਨੇ ਕਿਹਾ ਕਿ ਇਹਨੂੰ 12 ਸਾਲੇ ਦੇ ਮੁੱਖ ਨਾ ਲੱਗੀ, ਇਹਨੂੰ ਭੋਰੇ 'ਚ ਪਾ ਦੇ। 12 ਸਾਲ ਪੂਰਨ ਭੋਰੇ 'ਚ ਰਿਹਾ। ਉਹਦੇ ਬਾਅਦ ਜਦੋਂ ਬਾਹਰ ਆਇਆ ਤਾਂ ਰਾਜੇ ਨੇ ਉਹਨੂੰ ਸੱਦ ਕੇ ਕਿਹਾ ਕਿ ਜਾ ਆਪਣੀਆਂ ਮਾਤਾ ਨਾਲ ਮਿਲਾ, ਇੱਕ ਤੇਰੀ ਲੂਣਾ ਮਾਤਾ, ਇੱਕ ਤੇਰੀ ਅਸ਼ਰਾ ਮਾਤਾ ਹੈ। ਜਦੋਂ ਮਿਲਣ ਗਿਆ, ਉਹ ਲੂਣਾ ਜਿਹੜੀ ਸੀ ਉਹ ਤੇ ਉਹਨੇ ਬਦਲਾ ਲੈਣਾ ਹੀ ਲੈਣਾ ਸੀ। ਉਹਦੇ ਤੇ ਬੇਈਮਾਨ ਹੋ ਗਈ। ਲੇਕਿਨ ਪੂਰਨ ਜਿਹੜਾ ਸੀ ਆਪਣੇ ਸੱਤ ਵਿੱਚ ਰਿਹਾ, ਬਾਹਰ ਆ ਗਿਆ। ਪਾਤਸ਼ਾਹ ਨਾਲ ਕਈ ਉਸਨੇ ਲੱਛਣ ਕੀਤੇ, ਉਹਦੀਆਂ ਸ਼ਿਕਾਇਤਾਂ ਲਾਈਆਂ। ਉਹਦੇ ਹੱਥ ਪੈਰ ਵੱਢਣ ਦਾ ਪਾਤਸ਼ਾਹ ਨੇ ਇਰਾਦਾ ਬਣਾ ਲਿਆ ਕਿ ਸਵੇਰੇ ਮੈਂ ਸੱਦ ਕੇ ਉਹਦੇ ਹੱਥ ਪੈਰ ਵੜਾ ਦਿਆਂਗਾ। ਹੱਥ ਪੈਰ ਸਿਰਫ ਉਂਗਲ ਕੀਤੀ ਉਸਨੇ ਉਸ ਪਾਸੇ, ਉਂਗਲ ਦਾ ਕਰਮ ਜਿਹੜਾ ਸੀ ਉਹ ਭੁਗਤਣਾ ਪਿਆ। ਹੱਥ ਪੈਰ ਵੱਢ ਕੇ ਖੂਹ 'ਚ ਸੁੱਟ ਦਿੱਤਾ। ਭਾਈ ਕਰਮ ਜਿਹੜਾ ਹੈ ਉਹ ਤੇ ਹੱਥ ਵੀ ਕਰਦਾ ਹੈ, ਪੈਰ ਵੀ ਕਰਦਾ ਹੈ, ਅੱਖਾਂ ਵੀ ਕਰਦੀਆਂ ਨੇ, ਮੂੰਹ ਵੀ ਕਰਦਾ ਹੈ। ਮੂੰਹ ਨਾਲ ਕਿਸੇ ਨੂੰ ਮੰਦਾ ਬੋਲਾਂਗੇ ਉਹ ਵੀ ਸਾਡਾ ਕਰਮ ਬਣ ਜਾਂਦਾ। ਕਰਮ ਤੇ ਭੁਗਤਣਾ ਪੈਂਦਾ, ਕਿਸੇ ਵੇਲੇ ਵੀ ਭੁਗਤਣਾ ਪੈਂਦਾ। ਇਹ ਰਿਸ਼ੀਆਂ ਮੁਨੀਆਂ ਬੜੇ ਬੜੇ ਜਿਨ੍ਹਾਂ ਦੇ ਅਸੀਂ ਅੱਜ ਜਿਨ੍ਹਾਂ ਪਾਸੋਂ ਮੁਕਤੀਆਂ ਮੰਗਦੇ ਹਾਂ, ਪਰਮਾਤਮਾ ਕਹਿੰਦੇ ਆ ਉਹਨਾਂ ਨੂੰ ਵੀ ਕਰਮ ਭੁਗਤਣਾ ਪਿਆ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਮੌਨ ਵੀ ਰੱਖ ਲਿਆ, ਕਰਮ ਫਿਰ ਵੀ ਬਣ ਗਿਆ। ਕਰਮ ਬਣ ਗਿਆ। ਮੌਨ ਕਿਸ ਵਾਸਤੇ ਰੱਖਿਆ? ਕੋਈ ਕਰਮ ਨਾ ਬਣੇ, ਅਸੀਂ ਕਿਸੇ ਨੂੰ ਬੋਲੀਏ ਨਾ, ਮੰਦਾ ਨਾ ਬੋਲੀਏ, ਚੰਗਾ ਬੋਲੀਏ, ਈਸ਼ਵਰ ਵੱਲ ਧਿਆਨ ਰੱਖੀਏ। ਲੇਕਿਨ ਹੱਥ ਕਰਨ ਨਾਲ ਵੀ ਕਰਮ ਬਣ ਗਿਆ। ਇਸ ਵਾਸਤੇ ਸ਼ਬਦ ਵਿਆਸੀ ਮਹਾਂਪੁਰਖ ਜਿਹੜੇ ਆਉਂਦੇ ਹੈ ਉਹ ਕਹਿੰਦੇ ਆ ਭਾਈ ਤੂੰ ਕਰਮ ਬਣਾ ਨਾ। ਕਰਮ ਤੇਰੇ ਪੈਰ ਵੀ ਬਣਾ ਸਕਦੇ, ਹੱਥ ਵੀ ਬਣਾ ਸਕਦੇ, ਤੇਰੀਆਂ ਅੱਖਾਂ ਵੀ ਬਣਾ ਸਕਦੀਆਂ, ਕੰਨ ਵੀ ਬਣਾ ਸਕਦੇ। ਕੰਨਾਂ ਨਾਲ ਅਸੀਂ ਕਿਸੇ ਦੀ ਗੱਲ ਗਲਤ ਸੁਣਾਂਗੇ, ਦੇਖਿਆ ਅਸੀਂ ਕੁਝ ਨਹੀਂ, ਉਹਦਾ ਝਗੜਾ ਕਰ ਲੈਂਦੇ ਹਾਂ, ਉਹਦੇ ਵਿੱਚ ਹੀ ਸਾਡਾ ਕਰਮ ਬਣ ਜਾਂਦਾ ਹੈਗਾ। ਬੋਲਣ ਵਿੱਚ ਸਾਡਾ ਕਰਮ ਬਣ ਜਾਂਦਾ। ਜਿਹੜੇ ਸ਼ਬਦ ਵਿਆਸੀ ਮਹਾਂਪੁਰਖ ਨੇ ਉਹ ਕਹਿੰਦੇ ਆ ਤੂੰ ਕੁਝ ਵੀ ਨਾ ਕਹੋ, ਕੁਛ ਵੀ ਨਹੀਂ ਕਹਿਣਾ ਚਾਹੀਦਾ ਤੈਨੂੰ ਤੇ ਬੁਰੇ ਦਾ। ਜਿਸ ਤਰ੍ਹਾਂ ਕਿਹਾ ਹੈ ਬਾਬੇ ਫਰੀਦ ਨੇ ਕਿਹਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਡਾਏ, ਦੇਈ ਰੋਗ ਨਾ ਲੱਗ ਸੀ, ਪੱਲੇ ਸਭ ਕੁਝ ਪਏ। ਬਾਬਾ ਫਰੀਦ ਜੀ ਕਹਿੰਦੇ ਹੈ ਫਰੀਦ ਜੇ ਕੋਈ ਅੱਗੇ ਬੁਰਾ ਤਾਂ ਉਹਦਾ ਭਲਾ ਕਰ, ਤੂੰ ਆਪਣੇ ਮਨ 'ਚ ਗੁੱਸਾ ਨਾ ਕਰੀਂ, ਤੇਰੀ ਦੇਹੀ ਨੂੰ ਰੋਗ ਨਹੀਂ ਲੱਗੇਗਾ, ਤੇਰੇ ਪੱਲੇ ਸਭ ਕੁਝ ਰਹੇਗਾ। ਜਿਹੜਾ ਅਗਲਾ ਤੇਰੇ ਨਾਲ ਗੁੱਸਾ ਕਰੇਗਾ ਉਹਦੇ ਪੱਲੇ ਕੁਛ ਨਹੀਂ ਰਹਿਣਾ, ਤੇਰੇ ਪੱਲੇ ਸਭ ਕੁਝ ਰਹੇਗਾ। ਇਸ ਵਾਸਤੇ ਫਰੀਦ ਦੀ ਬਾਣੀ ਬੜੀ ਲਾ ਧੜਕ ਹੈ। ਉਹਨਾਂ ਨੇ ਬੜੀ ਕਰੜੀ ਸੇਵਾ ਕੀਤੀ ਹੈ। ਜਿੰਨੀ ਕੁ ਉਹਨਾਂ ਸੇਵਾ ਜਣੇ ਤਪੱਸਿਆ ਕੀਤੀ ਹੈ
ਇੰਨੀ ਸ਼ਾਇਦ ਕਿਸੇ ਕੀਤੀ ਹੋਵੇ ਜਾਂ ਨਹੀਂ। ਜੰਗਲਾਂ ਵਿੱਚ ਰਹਿ ਕੇ ਪੱਤੇ ਖੋਰ ਖਾ ਕੇ, ਮੰਦੇ ਹਾਲ ਜੰਗਲਾਂ 'ਚ ਰਹਿਣਾ, ਪੱਤੇ ਖੋਰ ਖਾਣੇ, ਕਿਸ ਤਰ੍ਹਾਂ ਸੇਵਾ ਜਿਹਨੇ ਤਪੱਸਿਆ ਕੀਤੀ। ਸੋ ਸੰਤ ਮਹਾਂਪੁਰਖ ਜਿਹੜੇ ਸ਼ਬਦ ਅਭਿਆਸੀ ਮਹਾਂਪੁਰਖ ਨੇ, ਉਹ ਸਾਨੂੰ ਇਹੀ ਸਮਝਾਉਂਦੇ ਆ ਕਿ ਭਾਈ ਜਿਨ੍ਹਾਂ ਚੀਜ਼ਾਂ ਦੇ ਨਾਲ ਤੂੰ ਮਨ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ, ਇਹਨਾਂ ਨਾਲ ਅਸੀਂ ਹੰਕਾਰੀ ਹੋ ਜਾਂਦੇ ਹਾਂ। ਤਪੱਸਿਆ ਕਰਕੇ ਹੰਕਾਰੀ ਹੋ ਜਾਂਦੇ ਹਾਂ, ਤੀਰਥ ਕਰਕੇ ਹੰਕਾਰੀ ਹੋ ਜਾਂਦੇ ਹਾਂ, ਸਾਡੇ 'ਚ ਮਾਣ ਆ ਜਾਂਦਾ ਹੈ। ਕੋਈ ਸੇਵਾ ਕਰਕੇ ਕਿਸੇ ਦੀ ਅਸੀਂ ਮਾਣ ਕਰ ਲੈਂਦੇ ਹਾਂ, ਸਾਡਾ ਮਨ ਫਿਰ ਉਸੇ ਤਰ੍ਹਾਂ ਰਹਿੰਦਾ ਹੈ। ਹਾਂਜੀ। ਜਪ ਤਪ ਸੰਜਮ ਬਹੁ ਬਿਦ ਤਾਰੇ, ਮੋਨੀ ਹੁਏ ਨਦਾਨ। आस उपाओ हम बहु तक कीने, तो भी ये मन जगानायान। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਅਸੀਂ ਸਾਰੇ ਪਾਉ ਕੀਤੇ ਹੈ, ਲੇਕਿਨ ਸਾਡਾ ਮਨ ਜਾਗਿਆ ਨਹੀਂ। ਇਹ ਜੋ ਵੀ ਕਰਮ ਕਰਨੇ ਸੀ ਅਸੀਂ ਕੀਤੇ ਹੈ, ਲੇਕਿਨ ਮਨ ਜਾਗਿਆ ਨਹੀਂ। ਮਨ ਨੂੰ ਸਹੁੰ ਹੋਰ ਜੰਗਾਲ ਚੜ੍ਹਦੇ ਰਹੇ, ਹੰਕਾਰੀ ਹੁੰਦਾ ਰਿਹਾ, ਮਾਨੀ ਹੁੰਦਾ ਰਿਹਾ, ਮੈਂ ਤਪੱਸਿਆ ਕੀਤੀ ਹੈ, ਜਾਂ ਮੈਂ ਵਿਦਵਾਨ ਬਣ ਗਿਆ, ਜਾਂ ਮੈਂ ਮੌਨ ਰੱਖ ਲਿਆ। ਇਹ ਹੋਰ ਮਾਨ ਹੰਕਾਰ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਹਾਂਜੀ। आस उपाओ हम बहु तक कीने, तो भी ये मन जगानायान। खोजत खोजत सतगुर पाए, उन ये जुगत कही परमान। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾ ਰਹੇ ਹੈ ਕਿ ਖੋਜਤ ਖੋਜਤ ਸਤਿਗੁਰ ਪਾਏ। ਖੋਜ ਕਰਦਾ ਕਰਦਾ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਗੁਰੂ ਦੱਤ ਨੇ 24 ਗੁਰੂ ਧਾਰੇ। ਖੋਜ ਕਰਦੇ ਰਹੇ, ਜਿਲੇ 24ਵਾਂ ਗੁਰੂ ਮਿਲਿਆ, 5 ਨਾਮ ਦਾ ਅਭਿਆਸੀ। ਫਿਰ ਉਸਨੇ ਸਾਰਿਆਂ ਨੂੰ ਪ੍ਰਣਾਮ ਕੀਤੀ, ਸਾਰਿਆਂ ਦਾ ਸਤਿਕਾਰ ਕੀਤਾ ਕਿ ਮੈਨੂੰ ਅੱਜ ਪੂਰਾ ਗੁਰੂ ਮਿਲਿਆ। ਹੁਣ ਮੈਨੂੰ ਪੂਰਾ ਗੁਰੂ ਮਿਲਿਆ, ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ। ਇਸ ਵਾਸਤੇ ਜਦੋਂ ਵੀ ਜੀਵ ਖੋਜ ਕਰੇਗਾ, ਇਸ ਨੂੰ ਜ਼ਰੂਰ ਮਿਲ ਜਾਏਗਾ। ਲੇਕਿਨ ਅਸੀਂ ਖੋਜ ਤੋਂ ਬੜੇ ਅਧੂਰੇ ਰਹਿੰਦੇ ਹਾਂ। ਅਸੀਂ ਸ਼ਬਦ ਅਭਿਆਸੀ ਮਹਾਂਪੁਰਖਾਂ ਦੀ ਖੋਜ ਨਹੀਂ ਕਰਦੇ। ਅਸੀਂ ਦੇਖੋ ਦੇਖੀ, ਜਿਸ ਤਰ੍ਹਾਂ ਹਜ਼ੂਰ ਫਰਮਾਉਂਦੇ ਹੁੰਦੇ ਕਿ ਇੱਕ ਭੇਡ ਪਹਾੜ ਤੋਂ ਡਿੱਗੀ ਤਾਂ ਸਾਰੀਆਂ ਹੀ ਡਿੱਗ ਪਈਆਂ, ਕਿ ਬਾਕੀ ਵਾਲੀਆਂ ਕਹਿਣ ਲਈ ਕਿ ਅਸੀਂ ਪਿੱਛੇ ਕੀ ਕਰਨਾ, ਸਭ ਪਹਾੜ ਤੋਂ ਡਿੱਗ ਪਈਆਂ। ਸੋ ਸਾਡੀ ਹਾਲਤ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਖੋਜਤ ਖੋਜਤ ਸਤਿਗੁਰ ਪਾਏ। ਜਦੋਂ ਸ਼ਬਦ ਅਭਿਆਸੀ ਮਹਾਂਪੁਰਖ ਮਿਲਿਆ, ਉਸ ਨੇ ਜੁਗਤੀ ਦੱਸੀ, ਭਾਈ ਇਸ ਤਰੀਕੇ ਨਾਲ ਮਨ ਤੇ ਨਹੀਂ ਜਾਗਦਾ। ਜਿਹੜੇ ਕਰਮ ਤੁਸੀਂ ਕਰ ਰਹੇ ਹੋ, ਇਹਨਾਂ ਕਰਮਾਂ ਦੇ ਨਾਲ ਮਨ ਜਾਗਦਾ ਨਹੀਂ। ਇਹ ਹੰਕਾਰੀ ਹੈ, ਸੁੱਤਾ ਮਸਤ ਹੋਇਆ ਹੈ, ਸਗੋਂ ਇਸ ਨੂੰ ਬਲ ਮਿਲ ਲਿਆ, ਇਸ ਨੂੰ ਤਾਕਤ ਮਿਲ ਰਹੀ ਹੈ ਜਿਹੜੇ ਅਸੀਂ ਕਰਮ ਕਰਦੇ ਹਾਂ। ਉਹਨਾਂ ਜੁਗਤੀ ਦੱਸੀ ਹੈ। ਹੁਣ ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਕਿ ਕੀ ਜੁਗਤੀ ਦੱਸੀ ਹੈ। ਹਾਂਜੀ। खोजत खोजत सतगुर पाए, उन ये जुगत कही परमान। सत्संग करो संत को सेवो,
ਤਨ ਮਨ ਕਰੋ ਕੁਰਬਾਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਉਹਨਾਂ ਇਹ ਜੁਗਤੀ ਦੱਸੀ ਹੈ, ਸਤ ਸੰਗ, ਕਿਸੇ ਸਤ ਵਾਲੇ ਦਾ ਸੰਗ ਕਰੋ, ਸਤ ਵਾਲੇ ਦਾ ਸੰਗ ਕਰੋ, ਫਿਰ ਉਹਨਾਂ ਦੇ ਅੱਗੇ ਤੁਸੀਂ ਤਨ ਮਨ ਦੀ ਕੁਰਬਾਨੀ ਦੇ ਦਿਓ। ਜੋ ਵੀ ਤੁਹਾਨੂੰ ਤਰੀਕਾ ਦੱਸਦੇ ਹੈ ਉਹ ਤਰੀਕੇ ਦੇ ਚੱਲਣ ਦੀ ਕੋਸ਼ਿਸ਼ ਕਰੋ। ਜਿਸ ਤਰ੍ਹਾਂ ਮਹਾਰਾਜ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਬਾਣੀ ਦੇ ਵਿੱਚ ਕਿ ਉਹਨਾਂ ਨੇ ਸਤਿਗੁਰ ਨੂੰ ਸਿਰਫ ਸਤਿਗੁਰ ਦਾ ਰੁਤਬਾ ਨਹੀਂ ਦਿੱਤਾ, ਉਹਨਾਂ ਪਰਮੇਸ਼ਰ ਦਾ ਰੁਤਬਾ ਦਿੱਤਾ ਹੈ। ਗੁਰ ਪਰਮੇਸ਼ਰ ਪੂਜੀਏ, ਮਨ ਤਨ ਲਾਏ ਪਿਆਰ। ਜਿਨ੍ਹਾਂ ਨੇ ਅੰਦਰ ਦੇਖਿਆ ਹੈ ਉਹਨਾਂ ਨੇ ਬਾਹਰ ਲਿਖਿਆ ਹੈ ਕਿ ਕੌਣ ਅੰਦਰ ਇਹ ਕੰਮ ਚਲਾਉਣ ਵਾਲਾ, ਅੰਦਰ ਕਿਹੜੀ ਚੀਜ਼ ਹੈ। ਜਦੋਂ ਅੰਦਰ ਮਹਾਂਪੁਰਖ ਦੇਖਦੇ ਹੈ ਉਹਨਾਂ ਨੂੰ ਸਤਿਗੁਰ ਹੀ ਨਜ਼ਰ ਆਉਂਦਾ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਕਿ ਅਸਤੂਲ ਸਰੀਰ ਦੇ ਨਾਲ ਸਿੱਖ ਦਾ ਪਿਆਰ ਹੁੰਦਾ ਹੈ। ਜਦੋਂ ਸਿੱਖ ਸੂਖਸ਼ਮ ਸਰੀਰ ਵਿੱਚ ਜਾਂਦਾ ਹੈ ਤਾਂ ਸਤਿਗੁਰ ਵੀ ਸੂਖਸ਼ਮ ਸਰੀਰ ਬਣ ਜਾਂਦਾ ਹੈ, ਉਹਨੂੰ ਅੰਦਰੋਂ ਨਜ਼ਰ ਉਹ ਹੀ ਆਉਂਦਾ ਹੈ। ਜਦੋਂ ਕਾਰਨ ਸਰੀਰ ਵੀ ਜਾਂਦਾ ਹੈ ਤਾਂ ਸਤਿਗੁਰ ਵੀ ਉਸੇ ਤਰ੍ਹਾਂ ਉਸ ਨੂੰ ਨਜ਼ਰ ਆਉਂਦਾ ਹੈ। ਜਦੋਂ ਇਸ ਤੋਂ ਅੱਗੇ ਜਾਂਦਾ ਹੈ, ਜਿਸ ਤਰ੍ਹਾਂ ਪਾਣੀ ਨਾਲ ਪਾਣੀ ਮਿਲ ਗਿਆ, ਲਾਈਟ ਨਾਲ ਲਾਈਟ ਮਿਲ ਗਈ, ਉਸ ਨੂੰ ਫਿਰ ਉਸੇ ਤਰ੍ਹਾਂ ਹੀ ਨਜ਼ਰ ਆਉਂਦਾ ਹੈ। ਉਹ ਸਿੱਖ ਜਿਹੜਾ ਅੰਦਰ ਦੇਖਦਾ ਹੈ ਉਹ ਬਾਹਰ ਫਿਰ ਉਸੇ ਤਰ੍ਹਾਂ ਕਹਿ ਦਿੰਦਾ ਹੈ ਕਿ ਬਗੈਰ ਸਤਿਗੁਰ ਦੇ ਕਰਨ ਕਾਰਨ ਕੌਣ ਹੈ। ਸਾਰੇ ਮਹਾਂਪੁਰਖਾਂ ਨੇ ਜਿਹਨੇ ਜਿਹਨੇ ਦੇਖਿਆ ਹੈ ਉਹਨਾਂ ਨੇ ਬਾਹਰ ਬਾਣੀ 'ਚ ਲਿਖਿਆ ਹੈ। ਹਾਂਜੀ, ਸਤ ਸੰਗ ਕਰੋ ਸੰਤ ਕੋ ਸੇਵੋ, ਤਨ ਮਨ ਕਰੋ ਕੁਰਬਾਨ। ਭਾਈ ਉਹ ਚੀਜ਼ ਜਿਹੜੀ ਹੈ, ਜੇ ਸਿੱਖ ਨੂੰ ਸਤਿਗੁਰ ਦੀ ਜ਼ਰੂਰਤ ਹੈ ਤੇ ਸਤਿਗੁਰ ਨੂੰ ਵੀ ਸਿੱਖ ਦੀ ਜ਼ਰੂਰਤ ਹੈ। ਜੇ ਸਿੱਖ ਨੂੰ ਸਤਿਗੁਰ ਦੀ ਜ਼ਰੂਰਤ ਹੈ ਤੇ ਸਿੱਖ ਨੂੰ ਵੀ ਸਤਿਗੁਰ ਦੀ ਜ਼ਰੂਰਤ ਹੈ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਰਾਜਾ ਜਨਕ ਜਦੋਂ ਉਸ ਨੂੰ ਇਹ ਖਿਆਲ ਆਇਆ ਕਿ ਘੋੜੇ ਦੀ ਰਕਾਬ 'ਤੇ ਪੈਰ ਰੱਖਦਿਆਂ ਮੈਨੂੰ ਗਿਆਨ ਹੋਣਾ ਚਾਹੀਦਾ, ਸਾਰੇ ਸ਼ਹਿਰ ਦੇ ਸਾਧੂ ਜਿਹੜੇ ਸੀ ਉਹਦੇ ਰਾਜ ਦੇ ਵਿੱਚ ਸਾਰਿਆਂ ਸੰਤਾਂ ਸਾਧੂਆਂ ਨੂੰ, ਜੋਗੀਆਂ ਜਗੀਸ਼ਰਾਂ ਨੂੰ ਸਾਰਿਆਂ ਨੂੰ ਬੁਲਾਇਆ, ਕਿਹਾ ਕਿ ਮੈਨੂੰ ਘੋੜੇ ਦੀ ਰਕਾਬ 'ਤੇ ਪੈਰ ਰੱਖਦਿਆਂ ਹੀ ਗਿਆਨ ਹੋਣਾ ਚਾਹੀਦਾ। ਹੁਣ ਗਿਆਨ ਕਿਸੇ ਨੇ ਲਿਆ ਹੀ ਨਹੀਂ ਤੇ ਦੇਣਾ ਕਿੱਥੋਂ ਸੀ। ਆਪਣੀ ਮਰਜ਼ੀ ਨਾਲ ਤੇ ਸਾਧੂ ਬਣ ਗਏ, ਕਿਸੇ ਨੇ ਭਗਵੇਂ ਕੱਪੜੇ ਪਾ ਲਏ, ਕਿਸੇ ਸਿਰ ਮਨਾ ਲਿਆ, ਕਿਸੇ ਜਟਾਂ ਰੱਖ ਲਈਆਂ, ਕਿਸੇ ਸਵਾਹ ਮਲ ਲਈ, ਕੋਈ ਨਾ ਕੋਈ ਆਪਣਾ ਵੇਸ਼ ਬਦਲ ਲਿਆ, ਸਾਧੂ ਬਣ ਗਏ। ਨਾ ਗਿਆਨ ਕਿਸੇ ਕੋਲੋਂ ਲਿਆ ਨਾ ਦੇ ਸਕੇ, ਸਾਰੇ ਚੁੱਪ ਕਰਕੇ ਬੈਠੇ ਰਹੇ। ਜਿਹੜਾ ਸਿੰਘਾਸਣ ਸਾਧੂਆਂ ਵਾਸਤੇ ਬਣਾਇਆ ਸੀ ਬਹਿਣ ਵਾਸਤੇ, ਉੱਥੇ ਅੱਗੇ ਕੋਈ ਨਾ ਵਧਿਆ। ਇੱਕ ਅਸ਼ਟਾਵਕਰ ਉਹਨਾਂ ਦੇ ਵਿੱਚ ਸਾਧੂ ਸੀ, ਉਹ ਉੱਠ ਕੇ ਉਸ ਸਿੰਘਾਸਣ 'ਤੇ ਬੈਠ ਗਿਆ। ਸਾਰੇ ਹੱਸਣ ਲੱਗੇ। ਅਸ਼ਟਾਵਕਰ ਜਿਹੜਾ ਸੀ, ਤੁਰਦਿਆਂ ਵੀ ਉਸ ਨੂੰ ਕਈ ਵਾਲ ਲੱਗਦੇ ਸੀ, ਡਿੰਗਾ ਟੇਢਾ ਸਰੀਰ ਸੀ ਉਸ ਦਾ। ਸਾਰੇ ਹੱਸਣ ਲੱਗੇ, ਕਿੱਥੋਂ ਮਹਾਤਮਾ ਆਇਆ ਜਿਹੜਾ ਕਿ ਗਿਆਨ ਦੇਣ ਵਾਲਾ, ਇਹਦਾ ਸਰੀਰ ਹੀ ਚੰਗਾ ਨਹੀਂ। ਜਦੋਂ ਉਸ ਨੇ ਸਟੇਜ 'ਤੇ ਬੈਠਿਆਂ ਦੇਖਿਆ ਕਿ ਸਾਰੇ ਮੈਨੂੰ ਮਖੌਲ ਕਰ ਰਹੇ ਹੈ, ਮੈਨੂੰ ਹੱਸ ਰਹੇ ਹੈ, ਅਸ਼ਟਾਵਕਰ ਨੇ ਕਿਹਾ, ਉਹ ਸਾਧੂਓ, ਜੋਗੀਓ, ਜਗੀਸ਼ਰੋ, ਮੈਂ ਤੁਹਾਨੂੰ ਸਮਝਦਾ ਸੀ ਕਿ ਸਾਧ ਮੰਡਲੀ ਹੈ, ਲੇਕਿਨ ਤੁਸੀਂ ਚਮੜੇ ਦੀ ਪਛਾਣ ਕਰਨ ਵਾਲੇ ਹੋ, ਤੁਸੀਂ ਮੇਰੇ ਗਿਆਨ ਦੀ ਪਛਾਣ ਨਹੀਂ ਕੀਤੀ। ਤੁਸੀਂ ਚਮੜੇ ਦੀ ਪਛਾਣ ਕਰਨ ਵਾਲੇ ਹੋ,
मेरे ज्ञान की पछाण नहीं की। राजे ने कहा, राजा तू सिख बनना है, तू नामदान लेना है? कहता जी हाँ। तैनू पता है कि सिख बन दियाँ शर्तां की होंदियां ने? दसो की होंदियां ने? तन मन धन की कुर्बानी देना पएगी तैनू। राजा चुप कर गया। जाके सलाह की अपने वजीर दीवाना दे नाल, रानियां दे नाल, कि ये शर्त है कि तन मन धन की कुर्बानी देना पएगी। राजे ने वायदा कर लिया, जी मैं कुर्बानी दे देंगा। जाओ घोड़ा मंगाओ। तो वेले जो घोड़ा लिया, राजा पैर रखन लगा रकाब ते। अष्टावक्र ने कहा, राजा की कर लगा है? मैं पैर रखन लगा रकाब ते, मैनू ज्ञान दिओ। कहते तू भोला हो गया, रकाब किहदी है? तेरा पैर किहदा है? घोड़ा किहदा है? तू मैनू पहला दे दिता सब कुछ, तन मन धन की कुर्बानी दे दी है, तेरा तो कख भी नहीं, ना तेरा घोड़ा, ना रकाब, ना तेरा पैर, ना तू हैगा, तू तो मेरे हवाले हो गया सारा कुछ। तू मैनू कुर्बानी दे दी, तन मन धन की भेटा नहीं कर दी। राजा चुप करके बह गया। चुप करके बैठ जा, तेरा कुछ नहीं रहा हुण। जदों सारे दरख्तां दीयां जड़ां कट्टियां जाण, दरख्त डिग पैंदा। सारे मोह दीयां जड़ां साडियां छाइयां चार चपके, वो मोह दीयां जड़ां साडियां जड़ियां कट्टियां नहीं जांदियां। राजे दी सारे मोह दीयां जड़ां कट्टियां गईयां। तेरा राजा ना कोई ताना, ना खजाने, ना फौजा, ना ही लश्कर, ना ही राजपाट, तेरा हुण कुछ भी नहीं है, कुछ भी नहीं, तू सब कुछ दे देता है। चुप करके बैठ जा। चुप करके बह गया। देखी मेरे शरीर नूं लाई ना, मेरे मन नूं किते बाहर ना जाण दें। अगर तू बाहर जान देगा, किते देखेगा, तैनूं पाप लगेगा। डर पा देता। चुप करके बैठ गया। जरा ध्यान दिता, सुरती खिंच के ऊपर लै गए, उपरले मंडलों में लै गए, शब्द नाल जोड़ दिता। ज्ञान गल्लां दा नहीं है। असी बहुत सारे लोग गल्लां दा ज्ञान करते हैं, फकीरां दा वो ज्ञान नहीं। फकीरां दा ज्ञान है शब्द, जिहड़ा साडे अंदर आ रहा है और 24 घंटे आ रहा है। वो शब्द नूं असी सुनना है, वो साडा असली ज्ञान है। गल्लां दा ज्ञान तो नहीं फकीरां दा हुंदा, ये आम दुनिया दा हुंदा है। उपर जद शब्द की रस लिया, वो खुशी, वो नज़ारा। जदों रूह थले आई, राजे नूं पुछया, राजा ज्ञान होया कि नहीं? कहंदा जी हो गया। कोई कसर तो नहीं रही? कहंदे कोई कसर नहीं रही। है फड़ फिर अपना राजपाट सांभ, मेरा करके करी, कोई लुटे पुटे मैं जमा बार हाँ। तू भजन करना है, तू भजन करना है, ये राज सांभ। इस वास्ते वो दौलत जड़ी है, सतगुर नूं नहीं चाहिदा तन मन। सतगुर नूं की जरूरत है तन मन की? सिर्फ इहदा कनशकन तोड़दा है। इहदा जिहड़ा कनशकरे दीयां जड़ां जिहड़ियां फैलियां ने, उन्हां नूं तोड़न वास्ते, खत्म करन वास्ते जाने वो तन मन की कुर्बानी लैंदे कि जड़ां टुट जाणियां मोह दियां, लोभ दियां, ये बिल्कुल नरोल हो जाए और अपने देश चला जाए। सतगुर नूं की जरूरत है इहदे तन मन की? उसे नूं राज सांभ दिता, खजाने सौंप दिते, फौजां सांभ दित्तियां, सांभ अपना राजपाट। इस वास्ते जो कुछ गुरु साहब जी बाणी च फरमा रहे, ठीक फरमा रहे है। हाँ जी। सत्संग करो संत को सेवो, तन
ਤਨ ਮਨ ਕਰੋ ਕੁਰਬਾਨ। ਸਤਿਗੁਰ ਸ਼ਬਦ ਸੁਨੋ ਗਗਨਾ ਝਾੜ, ਚੇਤ ਲਗਾਓ ਆਪਣਾ ਧਿਆਨ। ਸੰਤ ਮਹਾਂਪੁਰਖ ਜਿਹੜੇ ਸ਼ਬਦ ਵਿਆਸੀ ਨੇ ਉਹ ਇਹੀ ਸਾਨੂੰ ਸਿੱਖਿਆ ਦਿੰਦੇ ਹੈ ਕਿ ਤੂੰ ਆਪਣੇ ਤਨ ਮਨ ਦੀ ਕੁਰਬਾਨੀ ਦੇਵੇ, ਇਹਦਾ ਧਿਆਨ ਛੱਡ ਦੇ। ਅੰਦਰ ਤੇਰੇ ਸ਼ਬਦ ਆ ਰਿਹਾ, ਤੂੰ ਉਹ ਸ਼ਬਦ ਸੁਣ, ਆਪਣਾ ਧਿਆਨ ਪੂਰਾ ਲਗਾ ਦੇ। ਸਾਡਾ ਧਿਆਨ ਜਿਹੜਾ ਇਹ ਤਨ ਮਨ ਧਨ ਦੇ ਵਿੱਚ ਹੀ ਰਹਿੰਦਾ ਹੈ, ਉੱਪਰ ਨਹੀਂ ਜਾਂਦਾ। ਕਿਉਂ ਨਹੀਂ ਜਾਂਦਾ? ਕਿ ਅਸੀਂ ਇਹਦਾ ਕਨੈਕਸ਼ਨ ਤੋੜਦੇ ਨਹੀਂ। ਜਦੋਂ ਕੋਈ ਤਾਰ ਟੁੱਟ ਜਾਂਦੀ ਹੈ ਫਿਰ ਉਹ ਤਾਰ ਵੱਜਦੀ ਨਹੀਂ। ਫਕੀਰ ਇਸ ਦਾ ਕਨੈਕਸ਼ਨ ਤੋੜ ਕੇ ਔਰ ਸ਼ਬਦ ਦੇ ਨਾਲ ਕਨੈਕਸ਼ਨ ਲਗਾ ਦਿੰਦੇ ਹੈ। ਉਹ ਤੇਰੇ ਅੰਦਰ ਸ਼ਬਦ ਆ, ਉਸ ਨੂੰ ਸੁਣ ਔਰ ਬੜੇ ਧਿਆਨ ਦੇ ਨਾਲ ਸੁਣ। ਹਾਂਜੀ। ਸਤਿਗੁਰ ਸ਼ਬਦ ਸੁਨੋ ਗਗਨਾ ਝਾੜ, ਚੇਤ ਲਗਾਓ ਆਪਣਾ ਧਿਆਨ। ਜਾਗਤ ਜਾਗਤ ਅਬ ਮਨ ਜਾਗਾ, ਝੂਠਾ ਲਗਾ ਜਹਾਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਾਗਤ ਜਾਗਤ ਅਬ ਮਨ ਜਾਗਾ। ਭਾਈ ਯਕਦਮ ਦਾ ਕੰਮ ਨਹੀਂ, ਇਹ ਹੌਲੀ ਹੌਲੀ ਸਹਿਜੇ ਸਹਿਜੇ ਜਿਉਂ-ਜਿਉਂ ਭਜਨ ਕਰਦਾ ਹੈ ਜੀਵ, ਇਸ ਦੁਨੀਆ ਦਾ ਮੋਹ ਮਾਇਆ ਤੋਂ ਅਲੱਗ ਹੋਣਾ ਸ਼ੁਰੂ ਹੋ ਜਾਂਦਾ ਹੈ, ਕਨੈਕਸ਼ਨ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਇੱਕ ਦਿਨ ਦਾ ਕੰਮ ਨਹੀਂ ਹੈ। ਆਸਤੇ ਆਸਤੇ ਜਿਸ ਜਹਾਨ ਨੂੰ ਅਸੀਂ ਪਿਆਰਾ ਸਮਝਦੇ ਹਾਂ, ਜਿਸ ਦੁਨੀਆ ਨੂੰ ਅਸੀਂ ਪਿਆਰੇ ਸਮਝਦੇ ਹਾਂ, ਜਦੋਂ ਅਸੀਂ ਅੰਦਰ ਉਸ ਸ਼ਬਦ ਦੇ ਨਾਲ ਸਾਡਾ ਪਿਆਰ ਲੱਗੇਗਾ ਤਾਂ ਅਸੀਂ ਇਸ ਨੂੰ ਕੁਛ ਵੀ ਨਹੀਂ ਸਮਝਣਾ। ਫਿਰ ਇਹਦਾ ਪਿਆਰ ਕੁਛ ਵੀ ਨਹੀਂ ਹੈਗਾ। ਉਹ ਸ਼ਬਦ ਦੇ ਨਾਲ ਜਿਹੜਾ ਸ਼ਬਦ ਦੀ ਲਜ਼ਤ, ਸ਼ਬਦ ਦਾ ਸਵਾਦ, ਜਿਹੜਾ ਉਸ ਦੁਨੀਆ ਦਾ, ਜਿਹੜੀ ਅਗਲੀ ਦੁਨੀਆ ਸਾਡੀ, ਜਦੋਂ ਅਸੀਂ ਉਹਦੇ ਵਿੱਚ ਚਲੇ ਜਾਂਦੇ ਹਾਂ, ਉਹਦੀ ਐਸ਼ੋ ਅਸ਼ਰਤ ਜਿਹੜੀ ਹੈ ਇਹ ਬਰਾਬਰ ਉਹਦੇ ਕੁਛ ਵੀ ਨਹੀਂ ਨਜ਼ਰ ਆਉਂਦੀ ਹੈਗੀ। ਇਹ ਕੁਛ ਵੀ ਨਹੀਂ, ਪੈਸੇ ਰੁਪਈਏ ਜੋ ਪੈਸਾ ਵੀ ਨਜ਼ਰ ਨਹੀਂ ਆਉਂਦੀ। तो गुरु साहब जी बाणी जी जो फरमा रहे, ठीक फरमा रहे है कि जागत जागत अब मन जागा, झूठा लगा जहान। ये जिसनों सच्चा समझा है, इसनों फिर झूठा समझना शुरू कर देंगे। है भी झूठा हैगा, रहन वाली कोई सच्ची चीज़ भी नहीं, आओ जाई का सिलसिला हैगा। ये गुरु साहब जी फरमाउंदे होंदे ही कि स्टेशन समझ लो, स्टेशन ते भीड़ बनी रहती है, कोई गड्डी आ गई कोई चला गई। दादू साहब ने इस नूं पंसारी दा हट फरमाया। दादू साहब ने एक पंसारी दा हट किया कि पंसारी दा हट है, कई सौदा लै गए कई लैन आ गए। ये संसार नूं ये स्थिर रहने वाला नहीं है। हाँ जी। जागत जागत अब मन जागा, झूठा लगा जहान। मन की मदद मिली सुरत को, दोनों अपने महल समान। स्वामी जी महाराज एक शब्द विच सुरत नूं कहा कि है सुरत तू कल्ले नहीं आउणा, अपने मन नूं नाल लैके आ, तू कल्ले नहीं आउणा। मन नूं साथ लियाउण वास्ते सुरत देखो कितनी तारीफ करदी है। हे मन, मैनू सतगुर दा हुक्म है कि मन नूं साथ लैके आ।
देख मैं जुगां जुगां दी तेरी दासी हाँ, तू सब तो बड़ा है। मेरा एक कहना मन लै कि मेरे साथ चल। स्वामी जी महाराज फरमाया कि मन नूं नाल लैके आ, देखी किते कली नाम है। मन की इतनी तारीफ कीती सुरत ने कि तू त्रिलोकी नाथ है, सब दुनिया तेरे अंडर विच है, तू बड़ा है। मैं भी तेरी जन्म जन्म की दासी हाँ। मेरा एक कहना मन लै कि मेरे सतगुर का हुक्म है कि मन नूं साथ लैके आ। मन तारीफ दे विच आके सुरत नाल तुरना शुरू हो गया। ब्रह्म दी ऐंस है मन। ब्रह्म तक जांदियां कोई किसी नूं प्रॉब्लम नहीं आ सकती। जिसने पिछे पिछे तुरना उन्होंने कोई मुश्किल नहीं हो सकती। सुरत और मन, बाणी जी गुरु साहब जी फरमा रहे हैं कि दोनों ही अपने ठिकाने ते पहुँच गए। उथे एक पुड़ुल बनया है, ਉਹਦੇ ਅੱਗੇ ਬਾਰਡਰ ਹੈ, ਉਹ ਬਾਰਡਰ ਮਨ ਨਹੀਂ ਟੱਪ ਸਕਦਾ। ਉੱਥੋਂ ਸੁਰਤ ਸਲਾਂਗ ਮਾਰ ਕੇ ਆਪਣੇ ਚੌਥੇ ਦੇਸ਼ ਵਿੱਚ ਚਲਾ ਜਾਂਦੀ ਹੈ। ਮਨ ਉੱਥੇ ਰਹਿੰਦਾ ਹੈਗਾ। ਮਨ ਆਪਣੇ ਕਾਰ ਵਿਹਾਰ 'ਚ ਫਸ ਜਾਂਦਾ ਹੈ। ਆਪਣਾ ਘਰ ਦੇਖਣਾ ਸ਼ੁਰੂ, ਜਿਸ ਤਰ੍ਹਾਂ ਕੋਈ ਸਾਲ 2 ਸਾਲ ਦੇ ਬਾਅਦ ਕੋਈ ਬਾਹਰੋਂ ਮੁਲਾਜ਼ਮ ਆਉਂਦਾ ਹੈ ਆਪਣੇ ਘਰ, तो अपने पशु देखता है, घर-बार देखता है, खेतीबाड़ी देखता है। इस तरह मन अपने देखो देखी च लग गया। सुरत ने सलांग मारी अपने देश चला गई। फिर मन उत्थे रोना पिटना मन नूं पै गया। ये जिहड़ा रोना पिटना है, उस वक्त मन ने भी अपनी छाती कुटी, मथे नूं हथ लाए, रोना कि मेरे पंजे चों सुरत निकल गई है। ये रोना उथों बनया है। मन भी रोया, मन भी अपने शरीर नूं कुटिया उसने। हाँ जी। मन की मदद मिली सुरत को, दोनों अपने महल समान। बिना शब्द ये मन नहीं जागे, करो चाहे कोई अनेक विधान। गुरु साहब जी बड़े प्यार दे नाल फरमा रहे है कि बगैर शब्द ये मन जागदा नहीं। तुसी लखां ही पाक कर लो, जो मर्जी कर लो, ये मन की खुराक है। ਜਿਹੜੇ ਅਸੀਂ ਮਨ ਨੂੰ ਜਗਾਉਣ ਵਾਸਤੇ ਕਰਮ ਕਰਦੇ ਹਾਂ, ਵਰਤ ਰੱਖਦੇ ਹਾਂ, ਜਲ ਜਾਂ ਅਸੀਂ ਤੀਰਥ ਕਰਦੇ ਹਾਂ, ਜਗ ਮੋਸ਼ੇ ਕਰਦੇ ਹਾਂ, ਇਹ ਮਨ ਦੀ ਖੁਰਾਕ ਹੈ। ਕਿਉਂਕਿ ਅਸੀਂ ਕਰਕੇ ਹੰਕਾਰੀ ਹੋ ਜਾਂਦੇ ਹਾਂ, ਮਾਣ ਆ ਜਾਂਦਾ ਸਾਡੇ ਵਿੱਚ। ਇਹ ਮਨ ਦੀ ਸਾਰੀ ਖੁਰਾਕ ਹੈ। ਇਹਨਾਂ ਦੇ ਨਾਲ ਮਨ ਕਦੀ ਜਾਗ ਨਹੀਂ ਸਕਦਾ, ਇਹ ਮਸਤ ਹੋਇਆ ਹੈਗਾ। ਹਾਂਜੀ। बिना शब्द ये मन नहीं जागे, करो चाहे कोई अनेक विधान। यही उपाय छांट कर गाया, और उपाओ ना कर परमान। स्वामी जी महाराज बड़े प्यार दे नाल फरमा रहे है कि ये पाओ असी छांट के सब कुछ देख के ते आ तरीका दस्या है। इस तरीके दे बिना मन जाग नहीं सकता। शब्द की ताकत दे बिना मन नहीं जाग सकता। भाई शब्द की कमाई करो, मेहनत करो। वो शब्द साढ़े अंदर आ रहा, ਉਹਦੇ ਵਿੱਚ बड़ा रस है, बड़ा स्वाद है। वो चख के देखो किस तरह का है। क्या दुनिया फिर बाबे फरीद ने जो दसिया है, खंड शक्कर नापत माखियो माझा दुध,
ये सब वस्तुओं मिठियाँ पर रब ना पूजन तुद। दुनिया दियाँ सारियां चीज़ां जड़ियाँ मिठियाँ दसियां ने, पर जिहड़ा उस शब्द का स्वाद है उहदे नाल कोई मुकाबला नहीं कर सकती। कोई भी चीज़ मुकाबला नहीं कर सकती। शब्द का स्वाद इस तो वध है। बड़ी है जिन्हां फकीरां ने अंदर स्वाद लिया। बेशक उन्होंने जेलों दे विच जाना पिया जां होर दुख सहना पे, लेकिन उन्होंने वो स्वाद नहीं छड्डिया। उस स्वाद नूं छड्डिया नहीं। उन्हां दे नाल बहुत बहुत नाजायज़ काम होए, तकलीफ़ां होईयां, लेकिन उस शब्द नूं छड्डिया नहीं। उहदे विच बहुत स्वाद है। उहदे नाल ही असी अपने घर जा सकते हैं, साड़ी मुक्ति हो सकती है, और कोई उपाय नहीं। हाँ जी, यही उपाय छांट कर गाया, और उपाय ना कर परमान। बिरथा बैस बितावे अपनी, लगे ना कभी ठिकान। गुरु साहब जी बड़े प्यार दे नाल फरमा रहे है कि जो कुछ भी तू करदा है ये सब व्यर्थ है, किसी ठिकाने नहीं लगता। भाई एवें ही तेरी जिंदगी चला जाती है। जो काम करना है सो असी करते नहीं। जिहड़े फजूल काम ने उन्हां दे विच साड़ी जिंदगी भुगत जाती है। बाबे फरीद ने फरमाया है, बुढ़ा होया फरीद कंबन लगी दे, सै बनया जीवना जे तन भी हो सीखे। सै बरे जी के भी ये कर्म करके साड़ा कुछ नहीं बन सकता। ये आखिर शरीर मिट्टी च मिलना ही मिलना हैगा, पर साड़ा कम नहीं बनेगा। साड़ा कम तद बन सकता है जो गुरु साहब जी फरमा रहे ने कि शब्द दे नाल तेरे कनैक्शन जुड़ना चाहिए। वो शब्द सचखंड देश चों आ रहा है और जा रहा है। जद असी उस शब्द नाल जुड़ांगे एक दिन असी जरूर अपने देश पहुँच जावांगे। असी कदे पीछे नहीं रह सकते, पर कनैक्शन जुड़ना चाहिए। मिकनातीस लोहा जिहड़ा तुसी देखते हो वो दूसरे लोहे नूं खिंच के अपने पास ले आउंदा है, पर जे उहदे विच गंढे दी झिली दा पर्दा रख दिओ तो दूसरे लोहे नूं खिंच नहीं सकता। ये श्री गुरु रविदास महाराज ने भी फरमाया कि मैं मेरी नूं छड्ड के भजन कर। वो मैं मेरी दा साडा पर्दा जिहड़ा विच जद तक वो साफ नहीं होंदा, इन्ने चिर साडा कनैक्शन उस शब्द नाल नहीं जुड़दा। असी अपने आप नूं कमज़ोर कहना है। जिस तरह महाराज चौथी पातशाही ने फरमाया है कि है मेरे मालक मैं कुछ भी नहीं। लोहे की मैल दस्या है। लोहे की मैल जिहड़ी है वो किसी काम नहीं आउंदी। कोई गुण नहीं साडे विच, असी लोहे की मैल हाँ, पर मिल सतगुर कैंचन कीजे। सतगुर दे नाल मिले असी पारस बन गए। लोहे की मैल जिहड़ी हुंदी है वो किसी काम नहीं आउंदी। वो भावें जिन्ना चिर मर्जी जमीन च दब दो कदें खुलदी नहीं हैगी। अपने कर्म गुरु साहब जी फरमाउंदे है मेरे सतगुर, असी उस मनूर की तरह साढ़े च कोई गुण नहीं, पर मिल सतगुर पारस कीजे। कि असी सतगुर दे नाल मिले, उन्हां दा कहना मन्निया तो असी पारस बन गए, कैंचन बन गए, सोना बन गए।
ਲੋਹੇ ਦੀ ਮੈਲ ਜਿਹੜੀ ਹੁੰਦੀ ਹੈ ਉਹਨੂੰ ਮਨੂਰ ਕਿਹਾ ਜਾਂਦਾ ਹੈ। ਉਹ ਇੰਨੀ ਸਖਤ ਹੋ ਜਾਂਦੀ ਹੈ ਕਿ ਉਹ ਕਿਸੇ ਕੰਮ 'ਚ ਨਹੀਂ ਆ ਸਕਦੀ। ਦੇਖੋ ਸੰਤ ਆਪਣੇ ਆਪ ਨੂੰ ਕਿਤਨਾ ਗਰਾਉਂਦੇ ਹੈ, ਕਿਤਨਾ ਕਮਜ਼ੋਰ ਦੱਸਦੇ ਹੈ। ਮਾਣ ਕਰਕੇ ਅਸੀਂ ਨਹੀਂ ਲੈ ਸਕਦੇ ਕੁਝ ਵੀ, ਬੇਮਾਨੇ ਹੋਣਾ ਪੈਂਦਾ ਹੈ। ਕਿਸੇ ਚੀਜ਼ ਦਾ ਵੀ ਮਾਣ ਨਹੀਂ ਕਰਨਾ ਪੈਂਦਾ। ਨਾ ਅਸੀਂ ਇਹ ਦੇਸ਼ ਦਾ ਮਾਣ ਕਰੀਏ, ਨਾ ਆਪਣੇ ਸਰੀਰ ਦਾ ਮਾਣ ਕਰੀਏ, ਨਾ ਦੌਲਤ ਮਾਇਆ ਦਾ ਮਾਣ ਕਰੀਏ। ਇਹ ਸਭ ਨਾਸ਼ਵਾਨ ਹੈ। ਸਾਡਾ ਸਰੀਰ ਵੀ ਕੀ ਹੈਗਾ। ਸਵਾਮੀ ਜੀ ਇੱਕ ਸ਼ਬਦ ਫਰਮਾਉਂਦੇ, ਮਨ ਦੀ ਹਾਲਤ ਹੈ, ਮਨ ਤੂੰ ਕਿਸ ਚੀਜ਼ ਦਾ ਮਾਣ ਕਰਦਾ ਹੈ, ਕਿਹੜੀ ਚੀਜ਼ ਤੇਰੇ ਸਾਥ ਆਈ, ਕਿਹੜੇ ਚੀਜ਼ ਤੇਰੇ ਸਾਥ ਜਾਣੀ ਹੈ। ਜੇ ਸਰੀਰ ਦਾ ਮਾਣ ਕਰਦਾ ਹੈ, ਇਹ ਸਰੀਰ ਨੇ ਮਿੱਟੀ 'ਚ ਮਿਲ ਜਾਣਾ ਔਰ ਤੇਰੀ ਰੂਹ ਆਤਮਾ ਜਿਹੜੀ ਹੈ ਉਸ ਨੂੰ 84 'ਚ ਜਾਣਾ ਪੈਣਾ। ਕਿਹੜੀ ਚੀਜ਼ ਦਾ ਮਾਣ ਕਰਦਾ ਹੈ ਤੂੰ। ਫਕੀਰ ਮਾਣ ਨਹੀਂ ਕਰਦੇ, ਉਹ ਮਾਣ ਕਰਦੇ ਹੈ ਆਪਣੇ ਪਰਮਾਤਮਾ ਦਾ। ਤੇਰੇ ਉੱਤੇ ਬਹੁ ਮਾਨੀ ਹੈ ਪ੍ਰਭੂ, ਹੈ ਮੇਰੇ ਮਾਲਕ, ਮੇਰਾ ਮਾਣ ਤੇਰੇ 'ਤੇ ਹੈ ਔਰ ਕਿਸੇ ਚੀਜ਼ 'ਤੇ ਮਾਣ ਨਹੀਂ ਹੈ। ਹਾਂਜੀ। ਜਿਥਾ ਬੈਸ ਬਿਤਾਵੇ ਆਪਣੀ, ਲਗੇ ਨਾ ਕਭੀ ਠਿਕਾਨ। ਗੁਰੂ ਸਾਹਿਬ ਜੀ ਸਾਫ਼ ਕਹਿ ਰਹੇ ਹੈ ਕਿ ਤੇਰੀ ਐਵੇਂ ਹੀ ਉਮਰ ਚਲਾ ਜਾਏਗੀ, ਕਿਸੇ ਟਿਕਾਣੇ ਨਹੀਂ ਲੱਗੇਗੀ। ਕੋਈ ਫਾਇਦਾ ਨਹੀਂ ਜਨਮ ਦਾ। ਜੇ ਮਨੁੱਖਾ ਜਨਮ ਵੀ ਲਿਆ ਤਾਂ ਅਸੀਂ ਜੋ ਵੀ ਕਰਮ ਕਰਦੇ ਹਾਂ ਆਪਣੀ ਮਰਜ਼ੀ ਦੇ ਨਾਲ, ਉਹ ਸਾਡੇ ਕਰਮ ਜਿਹੜੇ ਹੈ ਸਾਨੂੰ ਕੁਛ ਨਹੀਂ ਕਰ ਸਕਦੇ, ਕੁਛ ਨਹੀਂ ਉਹਨਾਂ ਨਾਲ ਮਿਲ ਸਕਦਾ। ਅਸੀਂ ਸਤਿਗੁਰ ਦੇ ਕਹਿਣੇ ਕਰਮ ਕਰੀਏ, ਜੋ ਸਾਨੂੰ ਦੱਸਣ, ਜੋ ਸਾਡੇ 'ਤੇ ਜਿਸ ਤਰ੍ਹਾਂ ਵੀ ਸਾਨੂੰ ਸਮਝਾਉਣ, ਉਸ ਤਰ੍ਹਾਂ ਹੀ ਅਸੀਂ ਕਰਮ ਕਰੀਏ, ਫਿਰ ਸਾਨੂੰ ਕੋਈ ਫਾਇਦਾ ਮਿਲ ਸਕਦਾ, ਨਹੀਂ ਤਾਂ ਨਹੀਂ। ਹਾਂਜੀ। ਬਿਰਥਾ ਬੈਸ ਬਤਾਵੇ ਆਪਣੀ, ਲਗੇ ਨਾ ਕਭੀ ਠਿਕਾਨ। ਸੰਤ ਬਿਨਾ ਸਭ ਪਟ ਕੇ ਡੋਲੇ, ਬਿਨਾ ਸੰਤ ਨਹੀਂ ਸ਼ਬਦ ਪਛਾਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ, ਭਾਈ ਸੰਤਾਂ ਦੇ ਬਿਨਾ ਸਾਰੇ ਭੜ ਕੇ ਖਾਂਦੇ ਆ, ਅਸੀਂ ਡੋਲਦੇ ਰਹਿੰਦੇ ਹਾਂ। ਬਿਨਾ ਸੰਤ ਨਹੀਂ ਸ਼ਬਦ ਪਛਾਣ। ਸੰਤ ਮਹਾਂਪੁਰਖ ਹੀ ਉਸ ਸ਼ਬਦ ਦੀ ਪਛਾਣ ਕਰਦੇ ਹੈ ਔਰ ਅਸੀਂ ਉਹਨਾਂ ਦੀ ਸ਼ਰਨ ਲੈ ਕੇ, ਉਹਨਾਂ ਪਾਸੋਂ ਅਸੀਂ ਜੁਗਤੀ ਲੈ ਕੇ ਅਸੀਂ ਵੀ ਮਿਹਨਤ ਕਰੀਏ, ਅਸੀਂ ਵੀ ਉਹ ਸ਼ਬਦ ਦੀ ਪਛਾਣ ਕਰੀਏ ਕਿ ਉਹ ਕੀ ਚੀਜ਼ ਹੈ, ਕਿਹੜੀ ਤਾਕਤ ਹੈ, ਕਿਹੜੀ ਪਾਵਰ ਹੈ ਉਹ ਪਰਮਾਤਮਾ ਨੇ ਬਣਾਈ ਹੋਈ ਕਿ ਜਿਹਦੇ ਨਾਲ ਸਾਡੀ ਕਲਿਆਣ ਹੋ ਸਕਦੀ ਹੈ। ਉਹ ਸੰਤਾਂ ਮਹਾਂਪੁਰਖਾਂ ਨੂੰ ਪਤਾ ਹੈ। ਹਾਂਜੀ। ਸੰਤ ਬਿਨਾ ਸਭ ਪਟ ਕੇ ਡੋਲੇ, ਬਿਨਾ ਸੰਤ ਨਹੀਂ ਸ਼ਬਦ ਪਛਾਨ। ਸ਼ਬਦ ਸ਼ਬਦ ਮੈਂ ਸ਼ਬਦ ਹੀ ਗਾऊं, ਤੂੰ ਵੀ ਸੁਰਤ ਲਗਾ ਲੈ ਤਾਨ। ਦੇਖੋ ਗੁਰੂ ਸਾਹਿਬ ਜੀ ਸਾਨੂੰ ਕਿਸ ਤਰੀਕੇ ਨਾਲ ਸਮਝਾ ਰਹੇ ਹੈ ਕਿ ਮੈਂ ਸ਼ਬਦ ਸ਼ਬਦ ਹੀ ਗਾ ਰਿਹਾ, ਮੈਂ ਕੁਛ ਹੋਰ ਨਹੀਂ ਕਹਿ ਰਿਹਾ। ਤੂੰ ਵੀ ਆਪਣੀ ਸੁਰਤ ਨੂੰ ਬਿਲਕੁਲ ਤਾਣ ਕੇ ਸੁਣ। ਜਿਸ ਤਰ੍ਹਾਂ ਅਸੀਂ ਬਾਕੀ ਕੰਮ ਕਰਦੇ ਹਾਂ, ਆਪਣੇ ਸਰੀਰ ਨੂੰ ਬਿਲਕੁਲ ਕਾਇਮ ਕਰਕੇ, ਇਸੇ ਤਰ੍ਹਾਂ ਹੀ ਅਸੀਂ ਉਸ ਸ਼ਬਦ ਨੂੰ ਸੁਣਨਾ ਹੈ। ਬਹੁਤ ਸਾਰੇ ਲੋਕ ਕਈ ਵਾਰੀ ਅਰਜ਼ਾਂ ਕਰਦੇ ਹੈ, ਜੇ ਅਸੀਂ ਭਜਨ ਬੈਠਦੇ ਹਾਂ ਸਾਨੂੰ ਨੀਂਦ ਆ ਜਾਂਦੀ,
मैं सोचदा भी कई कुहाड़ी बांह्दियां नींद नहीं आउंदी, रोटी खांदियां नींद नहीं आउंदी, तुरदियां फिरदियां नींद नहीं आउंदी, गड्डियां मोटरां चलाउंदियां नींद नहीं आउंदी, ते भजन बैठियां ही नींद आउंदी है। ਉਹਦਾ चारा करो, तरीका सोचो, आउंदी है नींद, उठ के फिर हथ मुँह धो के फिर बैठो, तगड़े हो के बैठो। आ स्वामी जी महाराज की फरमा रहे हैं कि मैं शब्द ही किया है, मैं होर कुछ नहीं किया। तू भी अपनी सुरत नूं शब्द नाल ला दे, और ला दे तान के जरा चंगी तरह तगड़ा हो के, कमज़ोरी ना दसी। जदों असी कमज़ोर दिल करते हैं, अपने आप नूं आरश विच लिआउने आ, फिर असी शब्द नहीं सुन सकते। हाँ जी। शब्द शब्द मैं शब्द ही गाऊं, तू भी सुरत लगा दे तान। कर पावे 84 छूटे, जन्म मरण की होवे हान। गुरु साहब जी सब कुछ समझा के देखो किथे टिकाने सिर लिया है कि भाई तू अपना घर पालेगा, 84 तू छुट जाएगा, अपने देश चला जाएगा, बारों बार तेनों जन्म ना लेना पएगा, बारों बार धर्म राजे दे पेश ना होना पएगा, अपने देश चला जाएगा। पर जे शब्द की कमाई करेगा तद, वो शब्द नाल मेहनत करेगा, वो शब्द सुन और तगड़ा होके सुन। हाँ जी। कर पावे 84 छूटे, जन्म मरण की होवे हान। राधा स्वामी कहे बुझाई, बिना संत सब पट के खान। स्वामी जी महाराज शब्द समाप्त करते हुए बड़े प्यार दे नाल फरमा रहे हैं कि असी कह के समझा दिता है, बगैर संतां महापुरखां दे, बगैर उस शब्द दे सब जीव असी पढ़ के खा रहे हैं। पढ़ के रहे हैं, कोई काम कर रहा, कोई कर रहा है, और विश्वास किसी नूं भी नहीं किसी काम ते। बगैर संतां महापुरखां दे असी धक्के ही खा रहे हैं। हाँ जी। राधा स्वामी कहे बुझाई, बिना संत सब फट के खान।